ਡੰਡੌਤ ਬੰਦਨ ਅਨਕ ਬਾਰ। ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ। ਨਾਨਕ ਦੇ ਘਰ ਹੱਥ ਗਿਆਨ ਅੰਜਨ ਗੁਰ ਦਿਆ। ਅਗਿਆਨ ਅੰਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ। ਨਾਨਕ ਮਨ ਪਰਗਾਸ ਯਾਹੀ ਕੁਲ ਤੇ ਪ੍ਰਗਟ ਹੋਏ। ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਦ ਕਉ। ਮੇਰੀ ਹੈ ਪ੍ਰਣਾਮ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ, ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ, ਰਸਨਾ ਨੂੰ ਪਵਿੱਤਰ ਕਰਨ ਲਈ ਇੱਕ ਵਾਰੀ ਸਾਰੇ ਹੀ ਰਲ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਾਹਿਬ ਜੀ ਸ਼੍ਰਵਣ ਕਰ ਰਹੇ ਸੀ। ਕੱਲ ਪਿਛਲੇ ਅਧਿਆਇ ਦੀ ਸਮਾਪਤੀ ਹੋਈ ਸੀ। ਅੱਜ ਇੱਕ ਨਵੇਂ ਅਧਿਆਇ ਦਾ ਪ੍ਰਾਰੰਭ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇੱਕ ਦੋਹਰੇ ਦੇ ਨਾਲ ਕਰਦੇ ਨੇ। ਮੈਂ ਅੱਜ ਦੀ ਕਥਾ ਨੂੰ ਇੱਥੋਂ ਹੀ ਪ੍ਰਾਰੰਭ ਕਰਦਾ। ਸਿੱਖ ਅਨਗਨ ਸਮੁਦਾਇ ਹੈ ਕਰਤ ਸੁਦਾ ਸਰਕਾਰ। ਪੱਕੇ ਪਜਾਵੇ ਈਂਟ ਕਾ ਆਣ ਤਾਲ ਪਰ ਡਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅਣਗਿਣਤ ਹੀ ਜਿਹੜੇ ਸਿੱਖ ਨੇ ਨਾ, ਉਹ ਸਦਾ ਸਰ ਦੀ ਕਾਰ ਦੇ ਵਿੱਚ ਸੇਵਾ ਦੇ ਵਿੱਚ ਲੱਗੇ ਹੋਏ ਨੇ। ਇਸ ਵੇਲੇ ਮਾਨੋ ਕਿ ਜਿਹੜਾ ਸਰੋਵਰ ਹੈ ਉਹ ਮੁਕੰਮਲ ਹੋਣ ਦੇ ਵਾਸਤੇ ਜਾ ਰਿਹਾ ਹੈ। ਇਸ ਕਰਕੇ ਕਹਿੰਦੇ ਨੇ ਕਿ ਹੁਣ ਸਰੋਵਰ ਦੀਆਂ ਪੌੜੀਆਂ ਬਣਾਉਣੀਆਂ ਨੇ। ਬਹੁਤ ਸਾਰੇ ਜਿਹੜੇ ਆਵੇ ਨੇ ਉਹਨਾਂ ਨੂੰ ਤਾਇਆ ਗਿਆ, ਇੱਟਾਂ ਨੂੰ ਪਕਾਇਆ ਗਿਆ ਤੇ ਇੱਟਾਂ ਸਿੱਖ ਲਿਆ ਕੇ ਤਲਾਬ ਦੇ ਕਿਨਾਰੇ ਦੇ ਸਰੋਵਰ ਦੇ ਉੱਤੇ ਰੱਖਦੇ। ਪਾਕੀ ਚਿੰਬੇ ਲੱਗੇ ਸੁਪਾਨ ਸੌਂਪੀ ਕਾਰ ਮਸੰਦਨ ਮਾਨ। ਕਵੀ ਜੀ ਲਿਖਦੇ ਨੇ ਕਿ ਸਰੋਵਰ ਦੀਆਂ ਪੱਕੀਆਂ ਜਿਹੜੀਆਂ ਪੌੜੀਆਂ ਨੇ ਉਹ ਬਣਾਉਣ ਲੱਗੇ ਨੇ ਤੇ ਸਾਰੀ ਜਿਹੜੀ ਕਾਰ ਸੇਵਾ ਹੈ ਨਾ, ਉਹ ਮਾਨੋ ਕਿ ਮਸੰਦਾਂ ਦੇ ਹੱਥ ਦੇ ਵਿੱਚ ਹੈ। ਕਿਉਂਕਿ ਮੈਂ ਕੱਲ ਵੀ ਅਰਜ਼ ਕੀਤੀ ਸੀ ਕਿ ਜਿੰਨਾ ਵੀ ਗੁਰੂ ਘਰ ਦਾ ਕਾਰੋਬਾਰ ਸੀ, ਆਉਣ ਦਾ, ਜਾਣ ਦਾ, ਲੈਣ ਦਾ, ਦੇਣ ਦਾ, ਇਹ ਮਸੰਦਾਂ ਦੇ ਹੱਥ ਦੇ ਵਿੱਚ ਸੀ। ਕਵੀ ਜੀ ਲਿਖਦੇ ਨੇ ਕਿ ਪੌੜੀਆਂ ਹੁਣ ਪੱਕੀਆਂ ਬਣਾਉਣ ਦੀ ਤਿਆਰੀ ਹੋਈ ਹੈ ਔਰ ਸਾਰੀ ਜਿਹੜੀ ਸਰੋਵਰ ਦੀ ਕਾਰ ਸੇਵਾ ਹੈ ਉਹ ਮਸੰਦਾਂ ਦੇ ਹੱਥ ਦੇ ਵਿੱਚ ਹੈ। ਹੋ ਗਈ ਖੁਦਾਈ ਸਰੋਵਰ ਦੀ ਆਵੇ ਭੱਠੇ ਬੇਅੰਤ ਤਿਆਰ ਹੋ ਗਏ। ਸਿੱਖਾਂ ਚੂਨੇ ਦੇ ਪੀ ਕੇ ਢੇਰ ਲਾਏ ਜਮਾਂ ਇੱਟਾਂ ਦੇ ਬਹੁਤ ਅੰਬਾਰ ਹੋ ਗਏ। ਕਾਰੀਗਰ ਸੱਦੇ ਗੁਰਾਂ ਦੇਸ ਵਿੱਚੋਂ, ਕਾਰੀਗਰ ਸੱਦੇ ਗੁਰਾਂ ਦੇਸ ਵਿੱਚੋਂ ਪਾਸ ਨਕਸ਼ੇ ਕਰ ਵਿਚਾਰ ਹੋ ਗਏ। ਪੱਕੇ ਪੌੜ ਹੁਣ ਬਣਨ ਕਰਤਾਰ ਸਿੰਘਾ ਜਮਾਂ ਰਾਜ ਸਿਆਣੇ ਹਜ਼ਾਰ ਹੋ ਗਏ। ਹੁਣ ਪੱਕੀਆਂ ਸਰੋਵਰ ਦੀਆਂ ਪੌੜੀਆਂ ਬਣਾਉਣੀਆਂ ਨੇ। ਇਸ ਕਰਕੇ ਕਹਿੰਦੇ ਨੇ ਕਿ ਬੜੇ ਸਿਆਣੇ ਜਿਹੜੇ ਕਾਰੀਗਰ ਨੇ ਉਹ ਲੱਭ ਕੇ ਬਣਾਏ ਗਏ ਨੇ। ਨਕਸ਼ਾ ਤਿਆਰ ਹੋਇਆ, ਫਿਰ ਸਤਿਗੁਰਾਂ ਨੇ ਨਕਸ਼ੇ ਨੂੰ ਉਸ ਨੂੰ ਪਾਸ ਕੀਤਾ। ਇਸ ਤਰੀਕੇ ਦੇ ਨਾਲ ਬਹੁਤ ਸਾਰੇ ਸਿਆਣੇ ਰਾਜ ਕਾਰੀਗਰ ਜਿਹੜੇ ਨਾ ਉਹ ਜਮਾ ਹੋ ਗਏ। ਹੁਣ ਸਰੋਵਰ ਦੀਆਂ ਜਿਹੜੀਆਂ ਪੌੜੀਆਂ ਨੇ ਉਹ ਪੱਕੀਆਂ ਬਣਾਉਣੀਆਂ ਚਾਹ ਰਹੇ ਨੇ ਗੁਰੂ ਜੀ। ਜੋ ਤਨ ਦੇਸ਼ ਬਦੇਸ਼ਣ ਆਵੇ ਆਦ ਵਿਸਾਖੀ ਜਿਤ ਕੇ ਚੜਾਵੇ। ਜਿਹੜਾ ਵੀ ਧਨ ਦੇਸ਼ ਦੇ ਵਿੱਚੋਂ ਆਉਂਦਾ ਜਾਂ ਵਿਦੇਸ਼ ਦੇ ਵਿੱਚੋਂ ਆਉਂਦਾ ਜਾਂ ਕਿ ਵਿਸਾਖੀ ਵਰਗੇ ਮੇਲਿਆਂ ਦੇ ਵਿੱਚ ਜਿੰਨਾ ਵੀ ਚੜਾਵਾ ਚੜਦਾ ਹੈ, ਇਹ ਸਾਰੇ ਦਾ ਸਾਰਾ ਜਿਹੜਾ ਧਨ ਹੈ ਨਾ, ਇਹ ਮਸੰਦਾਂ ਦੇ ਕੋਲ ਜਮਾ ਹੁੰਦਾ।
ਸਰਬ ਮਸੰਦ ਸੰਭਾਰਨ ਕਰ, ਖਰਚੈ ਜਹਾਂ ਕਾਜ ਬਨ ਪਰੈ। ਸਾਰੇ ਦਾ ਸਾਰਾ ਧਨ ਮਸੰਦਾਂ ਦੇ ਕੋਲ ਹੁੰਦਾ ਹੈ ਤੇ ਉਹ ਆਪੇ ਹੀ ਇਸ ਨੂੰ ਸੰਭਾਲਦੇ ਨੇ। ਜਿੱਥੇ ਵੀ ਖਰਚ ਦੀ ਲੋੜ ਪੈਂਦੀ ਹੈ ਉੱਥੇ ਉਹ ਆਪ ਹੀ ਧਨ ਨੂੰ ਦਿੰਦੇ। ਸਭ ਸੰਗਤ ਕੇ ਸਦਨ ਸਿਧਾਰੈ, ਲੈ ਗੁਰ ਕਾਰ ਆਨ ਬੋ ਧਾਰੈ। ਸੰਗਤਾਂ ਦੇ ਘਰਾਂ ਦੇ ਵਿੱਚ ਧਨ ਦੀ ਉਗਰਾਹੀ ਦੇ ਵਾਸਤੇ ਖੁਦ ਆਪ ਵਸੰਦ ਜਾਂਦੇ ਨੇ ਤੇ ਸਤਿਗੁਰਾਂ ਦੀ ਉਗਰਾਹੀ ਸਿੱਖਾਂ ਦੇ ਘਰਾਂ ਦੇ ਵਿੱਚੋਂ ਲੈ ਕੇ ਆਉਂਦੇ। ਕਾਰੀਗਰ ਆਦਿਕ ਸਮੁਦਾਇ, ਜਹਾਂ ਖਰਚ ਦੇਨੋ ਬਨ ਜਾਏ। ਜੇਕਰ ਕਾਰੀਗਰਾਂ ਨੂੰ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ ਉਹ ਵੀ ਮਸੰਦ ਹੀ ਦਿੰਦੇ ਨੇ। ਇਸ ਤੋਂ ਇਲਾਵਾ ਜਿੱਥੇ ਵੀ ਕੋਈ ਖਰਚ ਦਾ ਕੰਮ ਬਣ ਜਾਂਦਾ ਹੈ ਉੱਥੇ ਖਰਚ ਦੇ ਕੰਮ ਨੂੰ ਮਸੰਦ ਹੀ ਨਿਭਾਉਂਦੇ ਨੇ। ਸਰਬ ਥਾਨ ਸੋ ਦੈਵੋ ਕਰੈ, ਦੇਗ ਆਦਿ ਮੈਂ ਖਰਚ ਵਿਚਾਰੈ। ਹਰ ਇੱਕ ਜਗ੍ਹਾ ਦੇ ਉੱਤੇ ਲੈਣ ਦੇਣ ਦਾ ਕੰਮ ਮਸੰਦ ਕਰਦੇ ਨੇ। ਇਸ ਤੋਂ ਇਲਾਵਾ ਗੁਰੂ ਘਰ ਦੇ ਵਿੱਚ ਜਿਹੜਾ ਲੰਗਰ ਚੱਲਦਾ ਹੈ ਉਸ ਲੰਗਰ ਦਾ ਜਿਹੜਾ ਖਰਚ ਹੈ ਉਹ ਵੀ ਮਸੰਦਾਂ ਦੇ ਹੱਥ ਦੇ ਵਿੱਚ। ਆਮਦ ਖਰਚ ਸੰਭਾਰਤ ਸਾਰੋ, ਆਇਓ ਪਾਇਨ ਅਨੇਕ ਪ੍ਰਕਾਰੋ। ਆਮਦਨੀ ਕਿੰਨੀ ਹੈ ਗੁਰੂ ਘਰ ਦੇ ਵਿੱਚ ਤੇ ਗੁਰੂ ਘਰ ਦੇ ਵਿੱਚ ਖਰਚ ਕਿੰਨਾ ਹੁੰਦਾ ਹੈ, ਇਹ ਸਾਰੇ ਦਾ ਸਾਰਾ ਲੇਖਾ ਜੋਖਾ ਮਸੰਦਾਂ ਦੇ ਕੋਲ ਹੈ। ਆਇਓ ਪਾਇਨ ਅਨੇਕ ਪ੍ਰਕਾਰੋ, ਜਿੰਨੀਆਂ ਵੀ ਕੀਮਤੀ ਬੇਸ਼ੁਮਾਰ ਭੇਟਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਨੇਕਾਂ ਪ੍ਰਕਾਰ ਦੀਆਂ ਆਉਂਦੀਆਂ ਨੇ ਉਹ ਵੀ ਮਸੰਦਾਂ ਦੇ ਅਧੀਨ ਹੁੰਦੀਆਂ। ਬਹਿਲੋ ਆਦਿਕ ਸਿੱਖ ਸਮੁਦਾਇ, ਲੱਗੇ ਪਜਾਵਣ ਈਂਟ ਪਕਾਏ। ਭਾਈ ਬਹਿਲੋ ਵਰਗੇ ਜਿਹੜੇ ਸਾਰੇ ਦੇ ਸਾਰੇ ਸਿੱਖ ਨੇ ਉਹ ਮਾਨੋ ਕਿ ਆਵਿਆਂ ਦੀਆਂ ਇੱਟਾਂ ਨੂੰ ਪਕਾਉਣ ਦਾ ਯਤਨ ਕਰ ਰਹੇ। ਜੋ ਜੋ ਹਿਤ ਕਰ ਕਾਰ ਕਰੰਤਾ, ਸੋ ਸੋ ਨਿਰਮਲ ਹਿਰਦਾ ਬਨੰਤਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਜਿਹੜਾ ਵੀ ਗੁਰੂ ਕਾ ਸਿੱਖ ਇਸ ਸੇਵਾ ਦੇ ਵਿੱਚ ਲੱਗਦਾ ਹੈ ਉਹਦਾ ਮਾਨੋ ਕਿ ਜਿਹੜਾ ਹਿਰਦਾ ਹੈ ਨਾ ਉਹ ਨਿਰਮਲ ਹੁੰਦਾ ਹੈ, ਮੈਲ ਤੋਂ ਰਹਿਤ ਹੁੰਦਾ। ਕਰੇ ਕਾਮਨਾ ਜਸ ਜਸ ਮਨ ਮਹਿ, ਪੁਰਾ ਸੇਵ ਸਰ ਕੇਤਕ ਦਿਨ ਮੈਂ। ਇਸ ਤੋਂ ਇਲਾਵਾ ਜਿਹੜਾ ਵੀ ਜਿਸ ਤਰ੍ਹਾਂ ਦੀ ਆਪਣੇ ਮਨ ਦੇ ਵਿੱਚ ਕਾਮਨਾ ਕਰਦਾ ਹੈ, ਪੁਰਾ ਸੇਵ ਸਰ ਕੇਤਕ ਦਿਨ ਮੈਂ, ਕਹਿਣ ਤੋਂ ਭਾਵ ਇਹ ਹੈ ਕਿ ਪੂਰਨ ਕਰਦੀ ਹੈ ਸਰੋਵਰ ਦੀ ਸੇਵਾ ਉਹਨਾਂ ਮੰਗਣ ਵਾਲਿਆਂ ਦੀ ਮਨੋਕਾਮਨਾ। ਜੋ ਸਕਾਮ ਹੋਏ ਬਾਛਤ ਪਾਏ, ਜੋ ਨਿਸ਼ਕਾਮ ਹਿਰਦਾ ਬਿਮਲਾਏ। ਕਿਉਂਕਿ ਕਿਸੇ ਵੀ ਕੰਮ ਨੂੰ ਕਰਨ ਦੇ ਵਾਸਤੇ ਦੋ ਤਰੀਕੇ ਹੋ ਸਕਦੇ ਨੇ। ਸੇਵਾ ਕਰਨ ਦੇ ਵੀ ਦੋ ਤਰੀਕੇ ਹੋ ਸਕਦੇ ਨੇ। ਇੱਕ ਤਰੀਕਾ ਹੈ ਸਕਾਮ ਔਰ ਇੱਕ ਤਰੀਕਾ ਹੈ ਨਿਸ਼ਕਾਮ। ਸਕਾਮ ਦਾ ਭਾਵ ਇਹ ਹੁੰਦਾ ਹੈ ਕਿ ਕਿਸੇ ਕਾਮਨਾ ਨੂੰ ਰੱਖ ਕੇ ਕੀਤਾ ਜਾਣ ਵਾਲਾ ਕੰਮ, ਭਾਵੇਂ ਉਹ ਸੇਵਾ ਹੋਵੇ, ਭਾਵੇਂ ਭਜਨ ਹੋਵੇ, ਭਾਵੇਂ ਹੋਰ ਕੋਈ ਕੰਮ ਹੋਵੇ। ਇੱਕ ਹੈ ਸਕਾਮ ਸੇਵਾ, ਇੱਕ ਹੈ ਨਿਸ਼ਕਾਮ ਸੇਵਾ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਈ ਸਿੱਖ ਐਸੇ ਨੇ ਜਿਹੜੇ ਸਕਾਮ ਸੇਵਾ ਕਰਦੇ ਨੇ, ਉਹਨਾਂ ਦੇ ਮਨ ਦੇ ਵਿੱਚ ਸੇਵਾ ਦੇ ਪ੍ਰਤੀ ਕੁਝ ਮੰਗਣ ਦੀ ਇੱਛਾ ਹੁੰਦੀ ਹੈ, ਕੋਈ ਮਨੋਕਾਮਨਾ ਹੁੰਦੀ ਹੈ। ਕਵੀ ਜੀ ਲਿਖਦੇ ਨੇ ਬਾਂਛਤ ਪਾਏ। ਐਸੇ ਜਿਹੜੇ ਸਕਾਮੀ ਸਿੱਖ ਨੇ ਉਹਨਾਂ ਦੇ ਮਨਾਂ ਦੀਆਂ ਮਨੋਕਾਮਨਾ ਗੁਰੂ ਜੀ ਪੂਰੀਆਂ ਕਰਦੇ ਨੇ। ਪਰ ਦੂਸਰੇ ਪਾਸੇ ਕਈ ਐਸੇ ਸਿੱਖ ਨੇ ਜਿਹੜੇ ਨਿਸ਼ਕਾਮ ਨੇ, ਜਿਨ੍ਹਾਂ ਦੇ ਮਨ ਦੇ ਵਿੱਚ ਕਿਸੇ ਚੀਜ਼ ਨੂੰ ਮੰਗਣ ਦੀ ਕੋਈ ਖਾਹਿਸ਼ ਨਹੀਂ ਹੈ। ਜਿਹੜੇ ਐਸੇ ਨਿਸ਼ਕਾਮ ਸੇਵਾ ਕਰਨ ਵਾਲੇ ਸਿੱਖ ਨੇ, ਕਵੀ ਜੀ ਕਹਿੰਦੇ ਨੇ ਹਿਰਦਾ ਬਿਮਲਾਏ, ਉਹਨਾਂ ਦਾ ਹਿਰਦਾ ਸਤਿਗੁਰਾਂ ਦੀ ਕਿਰਪਾ ਦੇ ਨਾਲ ਬਿਮਲ ਹੁੰਦਾ ਹੈ, ਸਾਫ਼ ਹੁੰਦਾ ਹੈ। ਲੋਕ ਪਰਲੋਕਣ ਸੁਖ ਸਮੁਦਾਇਓ, ਸਦਾ ਬ੍ਰਤ ਗੁਰ ਸਬਨ ਲਗਾਇਓ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੋਕ ਦਾ ਤੇ ਪਰਲੋਕ ਦਾ ਅਨੇਕਾਂ ਪ੍ਰਕਾਰ ਦਾ ਸੁਖ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਸਿੱਖਾਂ ਨੂੰ ਲੋਕ ਦਾ ਸੁਖ ਵੀ ਬਖਸ਼ਦੇ ਨੇ ਤੇ ਪਰਲੋਕ ਦਾ ਸੁਖ ਵੀ ਬਖਸ਼ਦੇ ਨੇ। ਇਸ ਤਰੀਕੇ ਦੇ ਨਾਲ ਕਵੀ ਜੀ ਕਹਿੰਦੇ ਨੇ ਕਿ ਮਾਨੋ ਇੱਕ ਸਦਾਵਰਤ ਲੰਗਰ ਲਾਇਆ ਹੋਇਆ ਜਿਹਦੇ ਵਿੱਚ ਦੋਵੇਂ ਚੀਜ਼ਾਂ ਮਿਲਦੀਆਂ।
ਕਾਰ ਸੋਦਾ ਸਰ ਕੇਰ ਬਹਾਨਾ, ਦਾਸਣ ਦੇਤ ਕਾਮਨਾ ਦਾਨਾ। ਕਵੀ ਜੀ ਕਹਿੰਦੇ ਨੇ ਕਿ ਜੇਕਰ ਇਹ ਕਹਿ ਲਿਆ ਜਾਵੇ ਕਿ ਸਰੋਵਰ ਦਾ ਤੇ ਇੱਕ ਬਹਾਨਾ ਬਣਾਇਆ ਹੋਇਆ ਤੇ ਇਹ ਕੋਈ ਅਤ ਕਥਨੀ ਨਹੀਂ ਹੈ। ਸਰੋਵਰ ਦਾ ਬਹਾਨਾ ਇੱਕ ਮਾਤਰ ਬਣਾਇਆ ਹੋਇਆ, ਅਸਲ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਦਾਸਾਂ ਦੀਆਂ ਕਾਮਨਾਵਾਂ ਨੂੰ ਪੂਰੀਆਂ ਕਰਨਾ ਚਾਹੁੰਦੇ ਨੇ, ਇਸ ਤਰ੍ਹਾਂ ਦਾ ਦਾਨ ਬਖਸ਼ਦੇ ਨੇ। ਸ੍ਰੀ ਅੰਮ੍ਰਿਤਸਰ ਮਹਿਮਾ ਭਾਰੀ, ਸ੍ਰੀ ਅਰਜਨ ਬਹੁ ਭਾਂਤ ਉਚਾਰੀ। ਸ੍ਰੀ ਅੰਮ੍ਰਿਤਸਰ ਦੀ ਜਿਹੜੀ ਵੱਡੀ ਮਹਿਮਾ ਭਾਰੀ ਹੈ, ਉਸ ਨੂੰ ਅਨੇਕਾਂ ਪ੍ਰਕਾਰ ਦੇ ਨਾਲ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਜਾਗਰ ਕੀਤਾ। ਮੱਜਣ ਕਰੇ ਕਲੂਖ ਨਾ ਰਹਿ, ਬਾਂਛਤ ਪਾਏ ਭਾਉ ਜੋ ਗਹਿ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਜਿਹੜਾ ਵੀ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰੇਗਾ, ਉਸ ਦੇ ਸਾਰੇ ਜਿਹੜੇ ਕਲੂਖ ਨੇ, ਜਿਹੜੇ ਪਾਪ ਨੇ, ਉਹ ਲੈ ਜਾਣਗੇ। ਬਾਂਛਤ ਪਾਏ ਭਾਉ ਜੋ ਗਹਿ, ਤੇ ਜਿਹੜਾ ਭਾਉ ਦੇ ਨਾਲ, ਪ੍ਰੇਮ ਦੇ ਨਾਲ ਸੇਵਾ ਕਰੇਗਾ, ਗੁਰੂ ਜੀ ਨੇ ਬਚਨ ਕੀਤਾ, ਉਸ ਦੇ ਮਨ ਦੀਆਂ ਕਾਮਨਾਵਾਂ ਪੂਰੀਆਂ ਹੋਣਗੀਆਂ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸੋਰਠ ਰਾਗ ਦੇ ਵਿੱਚ ਇੱਕ ਸ਼ਬਦ ਉਚਾਰਨ ਕੀਤਾ ਹੈ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ। ਇਸ ਤਰ੍ਹਾਂ ਸਤਿਗੁਰਾਂ ਨੇ ਇਸ ਪ੍ਰਥਾਏ ਸ਼ਬਦ ਵੀ ਉਚਾਰਿਆ। ਮੇਰਾ ਸਿਰਫ ਕਹਿਣ ਤੋਂ ਭਾਵ ਇਹ ਹੈ ਕਿ ਕਵੀ ਜੀ ਲਿਖਦੇ ਨੇ ਕਿ ਬਹੁਤੀ ਹੀ ਵੱਡੀ ਮਹਿਮਾ ਸਰੋਵਰ ਦੀ ਸਤਿਗੁਰਾਂ ਨੇ ਪ੍ਰਗਟ ਕੀਤੀ। ਮਹਾ ਮਹਾਤਮ ਸੰਗਤ ਜਾਣੇ, ਸ਼ਰਦਾ ਧਰ ਧਰ ਸੇਵਾ ਠਾਣੇ। ਇਸ ਵੱਡੇ ਮਹਾਤਮ ਨੂੰ ਸਾਰੀ ਦੀ ਸਾਰੀ ਸੰਗਤ ਵੀ ਜਾਣਦੀ ਹੈ, ਇਸ ਕਰਕੇ ਸ਼ਰਧਾ ਦੇ ਨਾਲ ਸਾਰੀ ਸੰਗਤ ਸੇਵਾ ਕਰਦੀ। ਕੇਤਕ ਜਬ ਚਿਨ ਲੀਨ ਸੁਪਾਨਾ, ਮਿਲ ਸਿੱਖਣ ਗੁਰ ਸੰਗ ਬਖਾਨਾ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸੇ ਤਰੀਕੇ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਪੌੜੀਆਂ ਸੀ ਉਹ ਬਣਾ ਦਿੱਤੀਆਂ ਗਈਆਂ, ਤੇ ਇੱਕ ਦਿਨ ਸਿੱਖਾਂ ਨੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਅੱਗੇ ਹੱਥ ਜੋੜ ਕੇ ਅਰਜ਼ ਕੀਤੀ, ਗੁਰੂ ਘਰ ਦੇ ਵਿੱਚ ਮਸੰਦ ਹੈ ਸਣ, ਸਾਰਾ ਕਰਦੇ ਕਾਰ ਵਿਹਾਰ ਪਾਈ। ਹੱਥ ਉਹਨਾਂ ਦੇ ਹੀ ਸਭੋ ਕਾਰ ਹੈ ਸੀ, ਹਰ ਗੱਲ ਦੇ ਖੁਦ ਮੁਖਤਿਆਰ ਪਾਈ। ਮਾਇਆ ਆਮਦੀ ਉਹ ਹੀ ਸਾਂਭਦੇ ਸਨ, ਉਹ ਕਰਦੇ ਖਰਚ ਵਿਚਾਰ ਪਾਈ। ਮਾਇਆ ਡਾਇਨ ਇਹ ਚੰਦਰੀ ਬੁਰੀ ਪੈੜੀ, ਦੇਂਦੀ ਭਲਿਆਂ ਦੀ ਮਤ ਮਾਰ ਪਾਈ। ਦਸੀ ਨੌਹੀ ਕਮਾਈ ਸੁਖਦਾਈ ਹੁੰਦੀ, ਮੁਫਤ ਮਿਲੀਏ ਕਰੇ ਲਾਚਾਰ ਪਾਈ। ਮੰਦ ਮਤ ਮਸੰਦ ਹੋਏ ਮੁਖਤ ਖੋਰੇ, ਕਰਨ ਮੂਲ ਨਾ ਹੱਥੀ ਕੋਈ ਕਾਰ ਪਾਈ। ਪਾਸ ਰਹਿਣ ਕਰ ਬੇਪਰਵਾਹ ਹੋ ਗਏ, ਪਾਸ ਰਹਿਣ ਕਰ ਬੇਪਰਵਾਹ ਹੋ ਗਏ। ਬਿੱਲੀ ਜਿਵੇਂ ਦੁਕਾਨ ਠਠਿਆਰ ਪਾਈ। ਪੌੜ ਗੱਚ ਦੇ ਆ ਜਦੋਂ ਬਣਨ ਲੱਗੇ, ਖਰਚ ਹੋਣ ਲੱਗੇ ਬੇਸ਼ੁਮਾਰ ਪਾਈ। ਘਟਨ ਉਹਨਾਂ ਦੇ ਕਾਲਜੇ ਲੱਗ ਪਏ, ਸੋਚਾਂ ਸੋਚਦੇ ਬੈਠ ਗਵਾਰ ਪਾਈ। ਜਿਸ ਵਿਉਂਤ ਕਰਕੇ ਘੱਟ ਖਰਚ ਹੋਵੇ, ਸਾਡੇ ਭਰਨ ਖੀਸੇ ਮਜ਼ੇਦਾਰ ਪਾਈ। ਆਪੋ ਵਿੱਚ ਸਲਾਹ ਕਰ ਚੰਦਰਿਓ, ਆਪੋ ਵਿੱਚ ਸਲਾਹ ਕਰ ਚੰਦਰਿਓ। ਦੇਂਦੇ ਰਾਜਾਂ ਨੂੰ ਹੁਕਮ ਬੁਰਿਆਰ ਪਾਈ। ਪਿੱਛੇ ਸਾਰੀ ਇਮਾਰਤ ਗਾਰੇ ਦੀ ਹੋਏ, ਮੂਰੀ ਚੂਨੇ ਦੀ ਲਾਵੋ ਸਵਾਰ ਪਾਈ। ਉਹਨਾਂ ਉਸੇ ਤਰ੍ਹਾਂ ਪੌੜ ਸ਼ੁਰੂ ਕੀਤੇ, ਗਏ ਸਿੱਖ ਇਸ ਖੋਟ ਨੂੰ ਤਾੜ ਪਾਈ। ਸਤਿਗੁਰਾਂ ਦੇ ਪਾਸ ਕਰਤਾਰ ਸਿੰਘਾ, ਕੀਤੀ ਸਿੱਖਾਂ ਨੇ ਜਾਏ ਪੁਕਾਰ ਪਾਈ। ਗ੍ਰੰਥਾਕਾਰ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ
ਕਿ ਮਸੰਦਾਂ ਦੀ ਖੋਟ ਸੀ। ਉਹ ਨਹੀਂ ਸਨ ਚਾਹੁੰਦੇ ਕਿ ਬਹੁਤੇ ਸਾਰੇ ਪੈਸੇ ਪੌੜੀਆਂ ਦੇ ਉੱਤੇ ਖਰਚ ਕੀਤੇ ਜਾਣ। ਇਸ ਕਰਕੇ ਮਸੰਦਾਂ ਨੇ ਰਾਜ ਕਾਰੀਗਰਾਂ ਨੂੰ ਇਹ ਹਦਾਇਤ ਕੀਤੀ ਹੈ ਕਿ ਪਿਛਲੇ ਪਾਸੇ ਗਾਰੇ ਦੀਆਂ ਇੱਟਾਂ ਦੀ ਚਿਣਾਈ ਕਰਨੀ ਹੈ, ਬਾਹਰਲਾ ਪਾਸਾ ਜਿਹੜਾ ਦਿਖਦਾ ਰਵੇ ਉੱਥੇ ਹੀ ਚੂਨੇ ਦੀ ਪੱਕੀ ਚਿਣਾਈ ਕਰਨੀ ਹੈ। ਇਸ ਤਰੀਕੇ ਦੇ ਨਾਲ ਉਹਨਾਂ ਨੇ ਗਾਰੇ ਦੀ ਬਹੁਤੀ ਸਾਰੀ ਚਿਣਾਈ ਆਰੰਭ ਦਿੱਤੀ। ਪਰ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਿੱਖਾਂ ਨੇ ਇਸ ਗੱਲ ਨੂੰ ਤਾੜਿਆ ਤੇ ਉਹਨਾਂ ਨੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਆਣ ਕੇ ਮਸੰਦਾਂ ਦੀ ਬੁਰਾਈ ਜ਼ਾਹਰ ਕੀਤੀ। ਸਰ ਕੋ ਮਹਾ ਮਾਤਮ ਆਹੋ ਫਿਰੇ ਹਜ਼ਾਰਨ ਸੰਮਤ ਕਹੋ। ਸਿੱਖਾਂ ਨੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਇਹ ਗਰੀਬ ਨਵਾਜ, ਇਹ ਜਿਹੜਾ ਸਰੋਵਰ ਬਣ ਰਿਹਾ ਹੈ ਇਹਦਾ ਤੁਸੀਂ ਵੱਡੇ ਤੋਂ ਵੱਡਾ ਮਹਾਤਮ ਕਹਿੰਦੇ ਹੋ, ਔਰ ਤੁਹਾਡਾ ਇਹ ਵੀ ਬਚਨ ਹੈ ਕਿ ਹਜ਼ਾਰਾਂ ਵਰ੍ਹਿਆਂ ਤੱਕ ਇਸੇ ਤਰੀਕੇ ਦੇ ਨਾਲ ਇਹ ਕਾਇਮ ਰਹੇਗਾ। ਕਹਿੰਦੇ ਨੇ ਚਿੰਨਨੇ ਮੇ ਕਾਚੋ ਹੋਏ ਕਾਮ ਉੱਪਰ ਤੇ ਬਣਾਏ ਅਭਿਰਾਮ। ਪਰ ਸੱਚੇ ਪਾਤਸ਼ਾਹ ਚਿਨਾਈ ਦਾ ਜਿਹੜਾ ਕੰਮ ਹੈ ਉਹ ਤੇ ਸਾਰੇ ਦਾ ਸਾਰਾ ਕੱਚਾ ਹੋ ਰਿਹਾ। ਸੱਚੇ ਪਾਤਸ਼ਾਹ ਬਾਹਰਲੇ ਪਾਸੇ ਜਿਹੜੀ ਚਿਨਾਈ ਹੋ ਰਹੀ ਹੈ ਉਹ ਤੇ ਸੁੰਦਰ ਹੋ ਰਹੀ ਹੈ, ਪਰ ਅੰਦਰੋਂ ਤੇ ਗਾਰੇ ਦੀ ਚਿਨਾਈ ਚਿਣੀ ਜਾ ਰਹੀ। एक ईट चूने की जर पुण कर दम सो भरती पर। ਕਹਿੰਦੇ ਨੇ ਸੱਚੇ ਪਾਤਸ਼ਾਹ ਜਿਹੜਾ ਬਾਹਰਲਾ ਪਾਸਾ ਹੈ ਉਹ ਜਿਹੜੀਆਂ ਇੱਟਾਂ ਲਾਈਆਂ ਜਾ ਰਹੀਆਂ ਨੇ ਉਹ ਤੇ ਚੂਨੇ ਦੇ ਨਾਲ ਪੱਕੀਆਂ ਜੜੀਆਂ ਜਾ ਰਹੀਆਂ ਨੇ, ਪਰ ਅੰਦਰਲੇ ਪਾਸੇ ਗਾਰੇ ਦੀ ਚਿਨਾਈ ਹੈ। ਗਾਰੇ ਦੇ ਨਾਲ ਹੀ ਅੰਦਰਲਾ ਪਾਸਾ ਭਰਿਆ ਜਾਂਦਾ। ਉਖਰੈ ਫਿਰੈ ਨਹੀਂ ਲਗ ਕਾਲ ਏਵ ਮਸੰਦ ਦੰਭ ਕੇ ਨਾਲ। ਸੱਚੇ ਪਾਤਸ਼ਾਹ ਤੁਸੀਂ ਤਾਂ ਵਰਿਆਂ ਤੱਕ ਇਸ ਦੇ ਸਥਿਰ ਰਹਿਣ ਦੀ ਗੱਲ ਕਰਦੇ ਹੋ, ਪਰ ਸਾਨੂੰ ਤੇ ਲੱਗਦਾ ਹੈ ਕਿ ਥੋੜਾ ਹੀ ਸਮਾਂ ਇਹ ਪੌੜੀਆਂ ਕੱਢਣਗੀਆਂ, ਕਿਉਂਕਿ ਕੱਚੀਆਂ ਇੱਟਾਂ ਦੀ ਚਿਨਾਈ ਖੁਰ ਜਾਏਗੀ, ਉਖੜ ਜਾਣਗੀਆਂ ਇੱਟਾਂ। ਸੱਚੇ ਪਾਤਸ਼ਾਹ ਪਖੰਡ ਦੇ ਨਾਲ ਮਸੰਦ ਇਸ ਤਰ੍ਹਾਂ ਦਾ ਕੰਮ ਕਰ ਰਹੇ ਨੇ। ਥੋਰੋ ਲਾਗੈ ਸਰਫਾ ਚੂਨੇ ਇਹ ਕਰਤੇ ਲੋਭੀ ਮਤ ਊਨੇ। ਸੱਚੇ ਪਾਤਸ਼ਾਹ ਮਸੰਦ ਬੜੇ ਲੋਭੀ ਨੇ ਔਰ ਸ੍ਰੇਸ਼ਟ ਮਤ ਤੋਂ ਵੀ ਊਣੇ ਨੇ। ਇਸ ਕਰਕੇ ਸੱਚੇ ਪਾਤਸ਼ਾਹ ਉਹ ਚਾਹੁੰਦੇ ਨੇ ਕਿ ਥੋੜੀ ਲਾਗਤ ਲੱਗੇ, ਥੋੜਾ ਚੂਨਾ ਲੱਗੇ, ਉਹ ਸਰਫਾ ਕਰਦੇ ਨੇ। ਇਸ ਕਰਕੇ ਬਾਹਰਲੇ ਪਾਸੇ ਦੀ ਚਿਨਾਈ ਪੱਕੀ ਹੋ ਰਹੀ ਹੈ ਤੇ ਅੰਦਰੋਂ ਗਾਰੇ ਦੀ ਕੱਚੀ ਚਿਨਾਈ ਕੀਤੀ ਜਾ ਰਹੀ। ਜਿਮ ਦ੍ਰਿੜਤਾ ਕੇ ਸ਼ਬਦ ਬਣਾਵੋ ਫਿਰੈ ਸਦਾ ਸਿਰੀ ਮੁਖ ਤੇ ਗਾਵੋ। ਸਿੱਖਾਂ ਨੇ ਅਰਜ਼ ਕੀਤੀ ਕਿ ਜਿਸ ਤਰੀਕੇ ਦੇ ਨਾਲ ਦ੍ਰਿੜਤਾ ਵਾਲੇ ਪੱਕੇ ਤੁਸੀਂ ਸ਼ਬਦ ਬਣਾਉਂਦੇ ਹੋ ਸੱਚੇ ਪਾਤਸ਼ਾਹ, ਤੇ ਫਿਰ ਉਹਨਾਂ ਪੱਕੇ ਸ਼ਬਦਾਂ ਨੂੰ ਮੁਖਾਰਬਿੰਦ ਤੋਂ ਗਾਉਂਦੇ ਹੋ, ਇਸੇ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਤੁਹਾਡਾ ਜਿਹੜਾ ਬਣ ਰਿਹਾ ਸਰੋਵਰ ਹੈ ਨਾ, ਇਹ ਵੀ ਪੱਕਾ ਹੋਣਾ ਚਾਹੀਦਾ। ਇਹਦੇ ਵਿੱਚ ਵੀ ਕੱਚੀ ਕੋਈ ਗੱਲ ਨਹੀਂ ਹੋਣੀ ਚਾਹੀਦੀ। ਤਿਮ ਕਰਵਾਵੋ ਤੁਮ ਸਮਰੱਥ ਤੀਨ ਲੋਕ ਧਨ ਰਾਵਰ ਹੱਥ। ਇਸੇ ਤਰੀਕੇ ਦੇ ਨਾਲ ਸਿੱਖ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਤੁਸੀਂ ਸਮਰੱਥ ਹੋ। ਸਰੋਵਰ ਦੀਆਂ ਜਿਹੜੀਆਂ ਪੌੜੀਆਂ ਬਣਨੀਆਂ ਨੇ ਉਹਨਾਂ ਨੂੰ ਵੀ ਪੱਕਾ ਬਣਵਾਓ, ਕਿਉਂਕਿ ਤੀਨ ਲੋਕ ਧਨ ਰਾਵਰ ਹੱਥ, ਤਿੰਨਾਂ ਹੀ ਲੋਕਾਂ ਦਾ ਜਿਹੜਾ ਧਨ ਹੈ ਉਹ ਸੱਚੇ ਪਾਤਸ਼ਾਹ ਤੁਹਾਡੀ ਮੁੱਠੀ ਦੇ ਵਿੱਚ ਹੈ, ਤੁਹਾਡਿਆਂ ਹੱਥਾਂ ਦੇ ਵਿੱਚ ਹੈ। ਇਸ ਤਰੀਕੇ ਦੇ ਨਾਲ ਉਸ ਵੇਲੇ ਮਸੰਦਾਂ ਦੀ ਸ਼ਿਕਾਇਤ ਕੀਤੀ ਸਿੱਖਾਂ ਨੇ। ਸਤ ਗੁਰੂ ਮਸੰਦ ਨੇ ਖੋਟ ਕਰ ਰਹਿ ਚੂਨੇ ਥਾਂ ਪਏ ਗਾਰਾ ਲਵਾਮ ਦੇ ਨੇ। ਜੁਗਾਂ ਤੱਕ ਸਰੋਵਰ ਕਾਇਮ ਰਹਿਣਾ ਨੀਹਾਂ ਕੱਚੀਆਂ ਉਹ ਬਣਵਾਉਂਦੇ ਨੇ। ਗੁਰੂ ਘਰ ਘਾਟਾ ਕਿਹੜੀ ਗੱਲ ਦਾ ਏ, ਗੁਰੂ ਘਰ ਘਾਟਾ ਕਿਹੜੀ ਗੱਲ ਦਾ ਏ, ਉਹ ਕਿਉਂ ਸਰਫਾਏਡ ਤਕਾਮਦੇ ਨੇ। ਉਹਨਾਂ ਤਾਈਂ ਸਮਝਾਓ ਕਰਤਾਰ ਸਿੰਘਾ ਸੱਚ ਵਿੱਚ ਕਿਉਂ ਕੱਚ ਰਲਾਮਦੇ ਨੇ। ਸਿੱਖਾਂ ਨੇ ਆਖਿਆ ਸੱਚੇ ਪਾਤਸ਼ਾਹ ਇਹ ਤਾਂ ਜੁਗਾਂ ਤੱਕ ਕਾਇਮ ਰਹਿਣ ਵਾਲਾ ਸਰੋਵਰ ਹੈ ਤੇ ਇਹਦੇ ਵਿੱਚ ਸੱਚੇ ਪਾਤਸ਼ਾਹ ਕਿਉਂ ਸਰਫਾ ਕਰਦੇ ਨੇ। ਸੱਚੇ ਪਾਤਸ਼ਾਹ ਕਿਰਪਾ ਕਰਕੇ ਮਸੰਦਾਂ ਨੂੰ ਸੱਦ ਕੇ ਸਮਝਾਓ ਕਿ ਸੱਚ ਦੇ ਵਿੱਚ ਕੱਚ ਨੂੰ ਨਾ ਰਲਾਉਣ, ਇਸ ਤਰ੍ਹਾਂ ਸੱਚ ਖਰਾਬ ਹੋ ਜਾਏਗਾ। ਇਸ ਤਰੀਕੇ ਦੇ ਨਾਲ ਸਿੱਖਾਂ ਨੇ ਅਰਜ਼ ਕੀਤੀ।
सुन सिखण ते सतगुर पावन, करे समीप मसंद आवाहन। ग्रंथाकार भाई संतोख सिंह जी लिखते ने, जदों सिखां तो इस तरह की गल सुनी ते जेड़े सतगुरु अर्जन देव सच्चे पातशाह जी बड़े पावन ते पवित्र ने, उन्होंने फिर हुक्म घल के मसंदा नूं अपने कोल बुलाए। सब सो कहियो कार्य काची, क्यों तुम करो लोभ मत राची। मसंदा नूं कोल बुला के सतगुरु सच्चे पातशाह जी ने सारिਆਂ ਨੂੰ ਤਾੜਿਆ। सच्चे पातशाह जी कहते ने कि ਇਹ ਜਿਹੜੀ ਕੱਚੀ ਕਾਰ है ਤੁਸੀਂ क्यों कर रहे हो, क्यों तुम करो लोभ मत राची। लोभ ਦੇ ਵਿੱਚ रच के इस तरह ਦਾ ਕੰਮ ਤੁਸੀਂ क्यों कर रहे। चूने को सरफा के मतरो, दरब अपरे देह संचय करो। सतगुरु अर्जन देव सच्चे पातशाह जी कहते ने कि रता भी चूने का सरफा नहीं करना। बरीक पत्थर नूं पी के जिहड़ा चूना है वो तैयार किया जाता सी। जिस तरह कि अज सीमट वरतिया जाता है रेते दे नाल मिला के, उस वेले बरीक पत्थर नूं पी के ਉਹਦਾ चूना सीमट भाव तैयार किया जाता सी ते ਉਹ ਬਹੁਤਾ कीमत ਦਾ ਆਉਂਦਾ ਸੀ और ਬਹੁਤੀ कीमत ਦੇ ਨਾਲ ਤਿਆਰ ਹੁੰਦਾ ਸੀ। सतगुरु सच्चे पातशाह जी कहते हैं कि चूने का रता मात्र भी सरफा नहीं करना। बहुते सारे भावें पैसे खर्च हो जान, बहुता सारा तुसी चूना इकत्तर करो। जेतक कारीगर मंगवावत, देहो पहुँचाए लगा मन भावत। सतगुरु अर्जन देव सच्चे पातशाह जी ने मसंदा नूं आख्या कि कारीगरां नूं जिन्नी लोड़ पैंदी है चूने दी, तुसीं उन्हां दा उन्ना चूना उन्हां दे तक पहुँचाओ, तां कि मन भाउंदा चूना ला के ਉਹ ਪੌੜੀਆਂ ਨੂੰ ਚੰਗੇ ਤਰੀਕੇ ਦੇ ਨਾਲ ਪੱਕਾ ਤਿਆਰ ਕਰ ਸਕਣ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ। ਪੌੜ ਬਣਨ ਲੱਗੇ ਚੌਹਾਂ ਪਾਸਿਆਂ ਥੀ, ਕਿਹਾ ਗੁਰਾਂ ਸਭ ਗੱਚ ਦੇ ਤਿਆਰ ਹੋਵਨ। ਇਸ ਤਾਲ ਦੀ ਨੀਆ ਚੱਲ ਰੱਖੀ, ਲੱਖਾਂ ਜੀਵ ਨਾ ਭਵ ਜਲੋਂ ਪਾਰ ਹੋਵਨ। ਇਹ ਅੰਮ੍ਰਿਤ ਸਰ ਮਹਾਨ ਤੀਰਥ, ਇਹ ਅੰਮ੍ਰਿਤ ਸਰ ਮਹਾਨ ਤੀਰਥ। ਕਲੋ ਕਾਲ ਤੋਂ ਨਰ ਦੁਖਿਆਰ ਹੋਵਨ, ਇੱਥੇ ਨਹਾਤਿਆਂ ਪਾਪ ਸਭ ਦੂਰ ਹੋਸਣ। ਨਰਕੀ ਜੀਵ ਤਪਦੇ ਠੰਡੇ ਠਾਰ ਹੋਵਨ। ਤੀਰਥ ਰਾਜ ਇਹ ਪ੍ਰਗਟ ਜਹਾਨ ਹੋਵੇ, ਤੀਰਥ ਰਾਜ ਇਹ ਪ੍ਰਗਟ ਜਹਾਨ ਹੋਵੇ। ਮਹਾਪਤ ਤਾਂ ਇੱਥੇ ਉਧਾਰ ਹੋਵਨ। ਬਣੇ ਬਹੁਤ ਹੀ ਪੱਕਾ ਕਰਤਾਰ ਸਿੰਘਾ, ਸਾਰੇ ਪੌੜ ਚੰਗੇ ਪਾਏਦਾਰ ਹੋਵਨ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਮਹਾਨ ਤੀਰਥ ਬਣਨ ਦੇ ਵਾਸਤੇ ਜਾ ਰਿਹਾ ਹੈ। ਇਸ ਕਰਕੇ ਕਹਿੰਦੇ ਨੇ ਕਿ ਸਾਰੇ ਦੇ ਸਾਰੇ ਜਿਹੜੇ ਪੌੜ ਨੇ, ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਪੌੜੀਆਂ ਨੇ ਉਹ ਪੱਕੀਆਂ ਤੇ ਪਾਏਦਾਰ ਹੋਣੀਆਂ ਚਾਹੀਦੀਆਂ ਨੇ। ਇਹ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਮਸੰਦਾਂ ਨੂੰ ਤਾਕੀਦ ਕੀਤੀ। ਸੁਣਤ ਮਸੰਦਨ ਬਚਨ ਬਖਾਨਾ, ਸ੍ਰੀ ਗੁਰੂ ਜੀ ਧਨ ਲਗੇ ਮਹਾਨਾ। ਜਦੋਂ ਇਸ ਤਰ੍ਹਾਂ ਦੇ ਸਤਿਗੁਰਾਂ ਨੇ ਬਚਨ ਆਖੇ ਤੇ ਸੁਣ ਕੇ ਮਸੰਦਾਂ ਨੇ ਹੱਥ ਜੋੜ ਕੇ ਅਰਜ਼ ਕੀਤੀ, ਹੇ ਸੱਚੇ ਪਾਤਸ਼ਾਹ, ਗੁਰੂ ਜੀ ਧਨ ਲਗੇ ਮਹਾਨਾ। ਜਿਸ ਤਰ੍ਹਾਂ ਦੀ ਤੁਸੀਂ ਸੋਚ ਸੋਚੀ ਹੋਈ ਹੈ, ਇਸ ਤਰ੍ਹਾਂ ਦੀ ਸੋਚ ਨੂੰ ਪੂਰਾ ਕਰਨ ਦੇ ਵਾਸਤੇ ਕਹਿੰਦੇ ਨੇ ਸੱਚੇ ਪਾਤਸ਼ਾਹ ਬਹੁਤ ਜ਼ਿਆਦਾ ਧਨ ਦਾ ਖਰਚਾ ਹੋਵੇ। ਅਪਰ ਸਰਬ ਕਰਕੇ ਵਿਵਹਾਰ, ਦਿਨ ਪ੍ਰਤੀ ਲੰਗਰ ਬਨੇ ਉਦਾਰ। ਮਸੰਦਾਂ ਨੇ ਆਖਿਆ ਸੱਚੇ ਪਾਤਸ਼ਾਹ ਸਿਰਫ ਸਰੋਵਰ ਤੇ ਨਹੀਂ ਬਣਾਉਣਾ, ਗੁਰੂ ਘਰ ਦੇ ਹੋਰ ਵੀ ਬਹੁਤ ਸਾਰੇ ਕੰਮ ਵਿਹਾਰ ਨੇ। ਸੱਚੇ ਪਾਤਸ਼ਾਹ ਦੇਖ ਲਓ ਲੰਗਰ ਦੇ ਵਿੱਚ ਹੀ ਬਹੁਤ ਸਾਰਾ ਜਿਹੜਾ ਖਰਚ ਹੈ ਨਾ ਉਹ ਲੱਗ ਜਾਂਦਾ ਹੈ। ਦਰਬ ਬਿਨਾ ਨਿਰਵਾਹ ਨਾ ਹੋਏ, ਗ੍ਰਾਮਣ ਅੰਨ ਅਨਕ ਮਣ ਜੋਏ। ਸੱਚੇ ਪਾਤਸ਼ਾਹ ਲੰਗਰ ਦੀ ਕਾਰ ਦੇ ਵੱਲ ਹੀ ਦੇਖ ਲਓ, ਬਗੈਰ ਪੈਸਿਆਂ ਤੋਂ ਕਹਿੰਦੇ ਨੇ ਕਿ ਲੰਗਰ ਦਾ ਕੰਮ ਵੀ ਚੱਲ ਨਹੀਂ ਸਕਦਾ। ਸੱਚੇ ਪਾਤਸ਼ਾਹ ਅਸੀਂ ਮੰਨਦੇ ਹਾਂ ਕਿ ਪਿੰਡਾਂ ਦੇ ਵਿੱਚੋਂ ਬਹੁਤ ਸਾਰੇ ਸਿੱਖ ਉਗਰਾਹੀ ਕਰਕੇ ਅੰਨ ਦੀ ਭੇਟਾ ਮਣਾਂ ਦੇ ਮਣ ਦਿੰਦੇ ਨੇ, ਪਰ ਸੱਚੇ ਪਾਤਸ਼ਾਹ ਉਹ ਲਿਆਂਦੀ ਹੋਈ ਜਿਹੜੀ ਭੇਟਾ ਹੈ ਨਾ ਉਹਨਾਂ ਦੇ ਨਾਲ ਵੀ ਲੰਗਰ ਦਾ ਪੂਰਾ ਨਹੀਂ ਫੜਦਾ। ਸੋ ਸਭ ਲਾਗੈ
खरीदा और एम धन चाहिए है बहु ठौर। ਜਿਹੜਾ ਉਹ ਅੰਨ ਹੈ ਸੱਚੇ ਪਾਤਸ਼ਾਹ ਉਹਦੀ ਲਾਗਤ ਲੱਗ ਜਾਂਦੀ ਹੈ। ਜ਼ਿਆਦਾਤਰ ਸੱਚੇ ਪਾਤਸ਼ਾਹ ਸਾਨੂੰ ਹੋਰ ਜ਼ਿਆਦਾ ਅੰਨ ਖਰੀਦਣਾ ਪੈਂਦਾ। एम धन चाहत है बहु ठौर। इसे तरीके दे नाल हर एक जगह दे उत्ते बहुते सारे धन की लोड़ पैंदी है गुरु घर दे विच। सिखण को दे बेसिर पाओ नित प्रति खर्च इही समो दाओ। इस तो इलावा मसंद कहते ने सच्चे पातशाह तुसीं सिखां नूं बहुते सारे कीमती सरोपे निता प्रति देंदे रहिंदे हो। सच्चे पातशाह निता प्रति सिरोपियां दा जिहड़ा खर्चा है वो ही बहुत ज़्यादा हो जाता है जिहड़े तुसीं सिखां नूं प्रदान करदे। नीठ नीठ कर सब निर्वाह देत जहां कहते जब चाहें। सच्चे पातशाह असीं ते मसा मसा ये जिहड़ा काम है ना उस नूं नेपरे चाड़ रहे हां। बड़ा औखे तरीके दे नाल गुरु घर दा जिहड़ा कार विहार है उस नूं सांभ रहे हैं। देत जहां कहते जब चाहें भाव के वो कारीगर आदक जदों चाहुंदे हन जिहड़ी चीज़ असीं मसां मसां खर्च करके उन्हां नूं उसे तरह की जिहड़ी चीज़ लोड़ींदी है ना वो पहुंचाउंदे। चाहिए दरब हज़ारों नीत ताल करन पाखो जमरीत। ते मसंद कहते ने सच्चे पातशाह जिस तरह का सरोवर तुसीं बनाउणा चाहुंदे हो जेकर उस तरह का सरोवर बनाउणा होवे ते सच्चे पातशाह रोज़ दे हज़ारां रुपये लोड़ींदे ने चाहीदे। बड़े जतन ते चूना होए बहुर मसाले भाखें जोए। कहते ने कि बड़े वड्डे जतन दे नाल बहुता सारा चूना तैयार किया जाता है। इस तो इलावा होर जिहड़े मसाले पाए जाते ने जिहड़े मंगे जाते ने कारीगरां दे वल्लों वो बड़े कीमत दे मिलते। दरब खर्च सो बीच मिलावै बहु नर मिलै तबै बन आवे। पैसों का खर्च करके उन्हां मसालियां नूं चूने नूं विच मिलाया जाता है। और इस तो इलावा सच्चे पातशाह ये सारा जिहड़ा बहुता वड्डा काम है ना किसी एक मनुख दे हथ वसदा नहीं। बहुते सारे मनुख इस काम दे उत्ते लाए जाते। रिदा मसंदन को लग जाने सिरी मुख ते तब बाग बखान्यो। इस तरह दी अर्जां बहुत सारिया मसंदां ने कीतियां। ग्रंथाकार भाई संतोख सिंह जी लिखते हैं कि जदों सतगुरु अर्जन देव सच्चे पातशाह जी ने जानिया कि मसंदां दा जिहड़ा हिरदा है ना वो बड़ा छोटा है, बड़े तंग दिल ने, सिरी मुख ते तब बाक बखान्यो। ते उस वेले फिर सतगुरु अर्जन देव सच्चे पातशाह जी ने अपने मुखार बिन तो वचन किया। कहंदे ने पूरन खीसा नित सतगुर को करो उदार अपने उर को। सतगुरु अर्जन देव सच्चे पातशाह जी मसंदां नूं कहंदे ने तुसीं किसी प्रकार की कोई चिंता ना करो। गुरु जी कहते ने पूर्ण खीसा नित सतगुरु को। सतगुरु का जिहड़ा खीसा है ना सतगुरु की जिहड़ी जेब है सच्चे पातशाह जी कहते ने हमेशा पूर्ण हुंदी है, हमेशा भरी हुंदी है। करो उदार अपने उर को। सच्चे पातशाह जी कहते ने सतगुरु का खीसा जेब भरी हुई है तुसीं मसंदो अपने दिल नूं उदार करो। भाव के तंग दिली ना वरतो, अपने दिल नूं उदार करो। पैसे ते बहुत ने, माया ते बड़ी। हाथ तुम्हारे खर्चो नीत शरदा तारो करो थिर चीत। सतगुरां ने बचन किया कि खीसा मेरा है ते हथ तुहाडा है, जिन्ना चाहुंदे हो उन्ना खर्चा करो। शरदा नूं धारण करके अपने हिरदे नूं स्थित करो। पैसों की कोई कमी नहीं। टोट नहीं कब इसको होए शंका मन में करो ना कोई। सतगुरु अर्जन देव सच्चे पातशाह जी ने वचन किया कि किसी भी प्रकार की कोई तोड़ कदे भी नहीं आवेगी। इस शंका नूं मन दे विचों कढ दिओ कि पैसे मुक जाणगे ते सरोवर दा काम नेपरे नहीं चलेगा। सतगुरेम कह बहु समझाए तो मसंदन शरदा ल्याए। ग्रंथाकार भाई संतोख सिंह जी लिखते हैं कि इस तरह के बहुत सारे वचन कह के सतगुरु अर्जन देव सच्चे पातशाह जी ने मसंदां नूं समझाया ते इस तो बाद
थोड़ी बहुती जिहड़ी शरधा सी ना वो मसंदां दे मन दे विच पैदा होई। कहण लगे ज्यों ज्यों धन आवे त्यों त्यों सर की कार करावें। उस वेले वायदा कीता सतगुरां दे नाल मसंदां ने इकरार कीता कि सच्चे पातशाह ज्यों ज्यों धन दी आमदन आवेगी त्यों त्यों वो जिहड़ी आमदन है ना तुहाडे हुक्म दे अनुसार असीं सरोवर दी सेवा दे विच जरूर लावांगे। एक दोए दिन चूना बहु लागेओ बहुरो बरज दीनस लब जाग्यो। सतगुरु सच्चे पातशाह जी ने समझाया, मसंदा ने इकरार किया सच्चे पातशाह जिवें तुहाडा हुक्म ऐसे तरह होवेगा। पक्कियां इट्टां ही हर एक जगह दे उत्ते चिणियां जाणगियां। कवि जी लिखते ने कि एक दो दिनां तक इसे तरह पक्कियां इट्टां नूं चिणदे रहे, बहुता सारा चूना लगाया गया पर बहुरो बरज दीनस लब जाग्यो। पर फिर मसंदा दे हिरदे दा जिहड़ा लोभ सी ना वो जागृत होया ते फिर मसंदा ने उन्हां कारीगरां नूं जिहड़े बनाउण वाले सन पौड़ियां उन्हां नूं वरज दिता कि सारियां जिहड़ियां इट्टां ने ना वो चूने दे नाल नहीं लाउणियां। एक ईंट ही बहुर लगावे पीछे करदम सगरो पावे। ते कारीगरां ने ते हुक्म नूं मनना सी। फिर कहंदे ने कि एक इट जिहड़ी बाहरले वाले पासे दी है, जिहड़ा बाहरले वाले पासे दा रदा है ਉਹੀ पक्का चूने दे नाल लाया जांदा है। पिछे जिन्नी भी चनाई हुंदी है वो करदम दी हुंदी है, भाव के गारे दी हुंदी है। खरे मसंद कार करवावें धान लग लगा तथा समझावें। आप खड़े होके मसंद उन्हां राज मिस्त्रियां तो सरोवर दी कार सेवा करवाउंदे ने। धन लघु लागे तथा समझावें, हर एक प्रकार दे नाल इस तरह समझाउंदे ने कि जिहड़े तरीके दे नाल धन थोड़ा लगे। निकट तिनों के थित नित रहें करे कार सर सो जिम कहें। सारा दिन कारीगरां दे नेड़े खलोते रहिंदे ने। जिस तरह फिर मसंद कहंदे ने ना सारे दे सारे कारीगर उसे तरह दा काम करदे ने। देन लेन सगरो व्यवहार करें मसंद सदा असकार। देन ते लैण दा जिन्ना भी सारा विहार है क्योंकि मसंदा दे हत्थ दे विच सी, इस करके कहंदे ने कि कारीगर भी मसंदा दे हुक्म दी ना फरमानी कदे नहीं करते। सिख करे सेवा टिग हेर मन अन खाए सुख पै कनेरे। ते हुण जिहड़े सिख लागे सेवा करदे ने वो इस सारी रीति नूं देखदे ने ते उन्हां दे मन दे विच बड़ा क्रोध पैदा हुंदा है, बड़े खिजदे ने। वो सोचते ने कि सतगुरां ने पहलां भी ये गल आखी है कि सारी चनाई पक्की करनी है ते मसंदां नूं फिर समझाया भी गया है, पर तां भी मसंद अपनी मनमानी करदे। कहियो न मन किसके सोई करे अपने चित जिम होई। किसी दा भी आख्या होया वचन मसंद कदे नहीं मनदे। जो उन्हां दे चित नूं चंगा लगदा है वो उसे तरह ही करदे। पुण सत गुर टिग सिख कहंते अब मसंद निज मत बरतंते। सिख इस गल नूं सहार ना सके। मसंदां दे अगे सिखां दा कोई जोर नहीं सी। इस करके कहंदे ने कि सिखां ने फिर सतगुरु अर्जन देव सच्चे पातशाह जी दे चरनां दे विच बेनती कीती, आप मसंद निज मत बरतंते। हे सतगुरु सच्चे पातशाह जी, जिहड़ी मत मसंदां नूं तुसीं दित्ती सी ਉਹਦੀ ਵਰਤੋਂ नहीं करते सच्चे पातशाह। ਉਹ ਤੇ फिर उसे तरीके दे नाल अपनी मत दी वरतों करन लग पए। बने सुपान पंख लगवाए एक ईंट को चूना लाए। सिखां ने अर्ज की सच्चे पातशाह पौड़ियां ते बन रही ने पर सच्चे पातशाह गारे दी चनाई हो रही है। एक ईंट को चूना लाए, इको ही इट नूं बाहरले वाले पासे दी नूं चूना लाया जांदा। मोहरी को दिखरावण कारण कहे कारीगर करें सुधारण। उसारी दा अगला भाग इमारत दी मोहरली इट दा रदा उन्होंने आख्या जाता है मोहरी। कहते ने सच्चे पातशाह बाहरला जिहड़ा रदा है ना वो दिखावे मात्र पक्का लवाउंदे ने ते सच्चे पातशाह अंदरले पासे गारे दी चनाई मसंदां दे हुक्म दे अनुसार कारीगर कर रहे।
अंतर बन निरंतर काचा, नहनम संदन को मन साचा। सिखां ने अर्ज की सच्चे पातशाह मसंदा दा जिहड़ा मन है ना वो सच्चा नहीं है, इस करके सच्चे पातशाह अंदरला पासा सारे दा सारा निरंतर कच्चा बन रहा है। एक दिखावे मात्र बाहरला जिहड़ा रदा है ना वो चूने दे नाल पक्का लगाया जा रहा है। सुन सिखण ते पुन बुलवाए, निकट देख कर गुरु फरमाए। ग्रंथाकार भाई संतोख सिंह जी लिखते ने कि सिखां दी अर्ज नूं प्रवान करके सतगुरां ने एक बारी फिर सारियां मसंदां नूं बुलवाया ते सतगुरु सच्चे पातशाह जी ने फिर कोल खड़े होके इस तरह फरमान किया। कहंदे ने ताल रचन में दंभ ना करिए, ये सतगुरु को सदन विचरिए। सतगुरु अर्जन देव सच्चे पातशाह जी सारियां मसंदां नूं कहंदे ने कि सरोवर की रचना हो रही है और इस दे विच किसी भी प्रकार का पखंड करना नहीं चाहिए। ये सतगुरु को सदन विचारी है। कहते हे मसंदो, ये सतगुरु का घर जान के इसकी सेवा चंगी करवाओ। क्यों सरफा तुम कुछ कर तरो, चूनो सरब लगावन करो। सतगुरां ने आख्या कि तुसी क्यों सरफा कर दे हो। मैं पहला भी तुहानू आख्या सी कि सरफा नहीं करना, कंजूसी नहीं करनी, जिन्ना चूना लगता है उन्ना लावो ते सारियां पौड़ियां पक्कियां बननियां चाहिए। धन की कमी न को रहे, शरदा तरह सेव जोग है। सतगुरां ने वचन किया कि शरदा नूं धारण करके जिहड़ा भी गुरु घर दी सेवा करदा है, सच्चे पातशाह जी कहंदे ने कि उस काम दे विच कदे भी धन दी कदे कमी नहीं आ सकती। सुण मसंद गण बाक बखान्यो, सिखण कछु भेव नहीं जान्यो। जदों सतगुरां ने इस तरह के वचन किए ते मसंदा ने हथ जोड़ के अर्ज की, सच्चे पातशाह सिखण कछु भेव नहीं जान्यो। ये जिहड़े सिख तुहाडे कोल साडी शिकायत करदे ने ना, सच्चे पातशाह ये किसी भी भेद नूं नहीं जानदे। एक रावर टिग्यान बतावे, दरब मसंद नहीं सर लावे। सच्चे पातशाह एक दो सिख तुहाडे कोल आण के साडे बारे ये कह दिंदे ने कि जिहड़े मसंद ने ना वो पैसा सरोवर दी कार सेवा दे उत्ते नहीं ला रहे। ते सच्चे पातशाह तुसीं उन्हां दी गल नूं मन लैंदे हो, पर सच्चे पातशाह दरअसल इस तरह की गल नहीं है। जदों दा तुसीं सानूं वरजिया असीं हुण पूरा चंगे तरीके दे नाल काम करदे हां। धन को आवन जावन जोई, ये गति को नहीं जाने कोई। किन्ना धन आउंदा है किन्ना जांदा है, भाव के की आमदनी है गुरु घर दे विच ते किन्नी लागत है। सच्चे पातशाह इन्हां सिखां नूं की पता है, ये एवें तुहाडे कोल साडी आण के शिकायत झाटी कर दिंदे। खर्च हजारों को नित होवे, तिसको कहे कौन सिख जोवे। मसंद कहंदे ने सच्चे पातशाह हजारां रुपइयां दा रोज ही धन खर्च हुंदा है, तिसको कहे कौन सिख जोवे। दसो कि किहड़ा ऐसा सिख है जिहड़ा दस सकदा है कि किन्ना धन आउंदा है ते किन्ना जांदा है। सच्चे पातशाह ये ते सानू पता है कि किन्नी आमदनी है ते किन्नी गुरु घर दी लागत है। हम रावर की आज्ञा पाए, कह कर गाड़ी कार कराएं। सच्चे पातशाह तुसी साडे ते भरोसा रखो। सच्चे पातशाह असीं तुहाडे हुक्म नूं चंगे तरीके दे नाल मन्निया होया, कह कर गाड़ी कार कराएं। असीं कारीगरां नूं कह के गाड़ी भाव के पक्की जिहड़ी कार सेवा है ना वो करवा रहे हैं। इम कह गए मसंद महाने, एक दो दिन आछी गत ठाने। इस तरह सतगुरां नूं कह के वड्डे वड्डे जिहड़े मसंद सन वो चले गए ने। एक दो दिन आछी गत ठाने ते एक दो दिन फिर उन्होंने उस तरीके दे नाल चंगा काम कीता, भाव के पक्कियां इट्टां दी चिनाई करवाई। चूना अदक लगावन कीना, कुछ कतरास गुरु दिश को चीना। कवि जी कहंदे ने कि इस वारी मसंदां दे मन दे विच सतगुरां वाले पासे तो थोड़ा डर पैदा होया, इस करके बहुता सारा चूना एक दो दिनां तक वरतदा रहा, लगदा रहा।
केतक दिन चिनवावत रहे, पुनः आमदन लग धन लहे। इसे तरीके दे नाल कुछ दिन चिनाई का काम हुंदा रहा, पर कवि जी कहते हैं कि इसे तरह का काम सदा जारी नहीं रहा। फिर मसंदा ने विचारिया कि धन रोज रोज घटता जा रहा है, ये जरा धन है ना वो जमा नहीं हो रहा। करन लगे तैसी बेदकार, लग चूना एक ईंट बाजार। फिर उसे तरीके का काम उन्होंने फिर करवाना शुरू कर दिता है। जिहड़ा बाहरला रदा है वो चूने दे नाल पक्का लाया जाता है ते अंदरले पासे कच्ची चनाई की जाती है। देख सेख नहीं सकै सहारे, सतगुर बड़ बुनियाद उचारे। ते सिखां ने फिर इस गल नूं सहारण ना किया। सिखां ने विचारिया कि सतगुर बड़ बुनियाद उचारे, कि सतगुरु अर्जन देव सच्चे पातशाह जी दे हमेशा ये कहते ने कि वड्डी पक्की जिहड़ी बुनियाद है ना वो बनाउणी है। कार मसंद बनावै दंबा, देश दोनों ते होत अचंबा। सिख सोचते ने कि मसंद हमेशा पखंड करके कच्ची चनाई करवाउंदे ने, ते सतगुरु जी बार बार कहते हैं कि पक्की चनाई करनी है। इस करके दोवें पासे वाली गल जिहड़ी है ना वो अचंभे वाली है, चक्रित कर देने वाली। रह न सके मेल गुर टिग आए, जहां बैठे गुर सहज सुभाए। सिख रह नहीं सके, फिर सतगुरु सच्चे पातशाह जी के चरणों के विच अर्ज करने दे वास्ते सिख पहुंच गए ने, जिथे कि सतगुरु सच्चे पातशाह जी सहज सुभा बैठे हुए थे। कर जोरत कह सिख समुदाय, सर संपानन पंख लगाए। सिखां ने फिर सतगुरां दे चरणों दे विच अर्ज कीती कि हे गरीब नवाज, हे सच्चे पातशाह, सरोवर दीयां जिहड़ियां पौड़ियां ने ना उन्हां दे विच गारा लग रहा कच्चा, कोई पक्की चनाई नहीं हो रही। कहे आप के लावे कबे, चून संग ईट का सबे। सिख कहते ने सच्चे पातशाह जदों मसंदा नूं सद के तुसीं कहंदे हो कि पक्की सेवा कराउणी है, पक्कियां इट्टां जिहड़ियां ने वो चूने दे नाल लाउणीਆਂ ने, ते सच्चे पातशाह तुहाडे कहे दे अनुसार 2-3 दिन इसे तरह करदे ने। पर सच्चे पातशाह ना है तां करदम सोच चिनवावत, मोहरी मैं चूना लगवावत। पर नहीं तां सच्चे पातशाह वो गारे दी चनवाई ही ज्यादा करवाउंदे ने। जिहड़ी मोहरी है ना, जिहड़ा बाहरला रदा है ना, वो ही सिर्फ चूने नाल लगदा है, बाकी सारा काम कच्चा हुंदा। तृती बार सुन कर खोटियाई, कुछ रिस कर गुर गिराया लाई। ग्रंथाकार भाई संतोख सिंह जी लिखते ने, तीसरी वारी वसंदा दे खोटे काम दी जिहड़ी खोटियाई है उस नूं सतगुरां ने सुनिया। कुछ रिस कर गुर गिरा लाई, ते फिर सतगुरु सच्चे पातशाह जी गुस्से दे विच आए ने, तेजी दे विच आण के फिर सतगुरु सच्चे पातशाह जी ने वचन कीता। किस तरीके दे नाल उस वेले सतगुरां ने आख्या, इस नूं कवि करतार सिंह जी गलास वालिए इंज बयान करदे। सतगुरां निहा जाके वेखियां जा, भारा खोट मसंदा दा पाया जी। चूना लाओ गारा हुण ना मूल लगे, सच्चे सतगुरां हुक्म सुनाया जी। एक दो कू दिन लवाए चूना, एक दो कू दिन लवाए चूना, उन्हां फिर गारा लगवाया जी। कहे सिखां दे सतगुरां फिर जाके, ऐसी बहुत समझाया बुझाया जी। मुफ्त खोरी ने उन्हां दी मत मारी, मुफ्त खोरी ने उन्हां दी मत मारी। कहना मूल ना चित ते लाया जी। तीजी वार हो गुस्से करतार सिंगा, सतगुरां ने हुक्म सुनाया जी। तीजी वारी फिर सतगुरु सच्चे पातशाह जी गुस्से दे विच आए ने, ते सतगुरु सच्चे पातशाह जी ने फिर हुक्म कीता। कहते ने श्री अमृतसर की बुनियाद, भाई स्थिर कब होए ना बाद। सतगुरु सच्चे पातशाह जी कहते ने कि श्री अमृतसर की जिहड़ी बुनियाद है ना, इहदी जिहड़ी नींह है गुरु जी कहते ने पक्की है। भाई स्थिर कब होए ना बाद,
ਇਹ ਸਥਿਰ ਹੋ ਚੁੱਕੀ ਹੈ। ਕਹਿਣ ਤੋਂ ਭਾਵੇਂ ਹੈ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਬਚਨ ਬਿਰਥਾ ਕਦੇ ਜਾਵੇਗਾ ਨਹੀਂ ਜਿਹੜਾ ਅਸੀਂ ਕਰ ਦਿੱਤਾ। ਏਕ ਬਾਰ ਇਹ ਜਾਏ ਬਿਦਾਰਾ, ਬਣ ਨਵੀਨ ਫੇਰ ਸਰ ਸਾਰਾ। ਪਰ ਨਾਲ ਹੀ ਸਤਿਗੁਰਾਂ ਨੇ ਬਚਨ ਕੀਤਾ ਕਿ ਇੱਕ ਵਾਰੀ ਇਹ ਢਹਿ ਜਾਏਗਾ ਸਾਰੇ ਦਾ ਸਾਰਾ ਸਰੋਵਰ, ਬਣ ਨਵੀਨ ਫੇਰ ਸਰਸਾਰਾ, ਤੇ ਨਵੇਂ ਸਿਰੇ ਤੋਂ ਫੇਰ ਜਿਹੜਾ ਸਰੋਵਰ ਹੈ ਨਾ ਨਵਾਂ, ਉਹ ਕਿਸੇ ਸਮੇਂ ਦੇ ਵਿੱਚ ਬਣਾਇਆ ਜਾਏਗਾ। ਇਨੇ ਜੋ ਪੋਲ ਬਣਾਵਨ ਕੀਨ, ਪੋਲੀ ਜਰ ਆਪਣੀ ਕਰ ਲੈਣ। ਸਤਿਗੁਰਾਂ ਨੇ ਸਾਰਿਆਂ ਸਿੱਖਾਂ ਨੂੰ ਸੁਣਾ ਕੇ ਬਚਨ ਕੀਤਾ ਕਿ ਇਹਨਾਂ ਨੇ ਸਰੋਵਰ ਦੀ ਜਿਹੜੀ ਨੀਂਹ ਹੈ ਨਾ ਉਹਨੂੰ ਪੋਲੀ ਬਣਾਇਆ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਦਰਅਸਲ ਇਹ ਸਰੋਵਰ ਦੀ ਨੀਂਹ ਪੋਲੀ ਨਹੀਂ ਹੈ। ਇਹਨਾਂ ਨੇ ਮੰਨੋ ਕਿ ਆਪਣੀ ਜਿਹੜੀ ਨੀਂਹ ਹੈ ਨਾ, ਆਪਣੀ ਜਿਹੜੀ ਜੜ ਹੈ ਨਾ, ਉਹਨੂੰ ਪੋਲੀ ਕੱਢਿਆ। ਜਬ ਮਸੰਦ ਬਿਨ ਸੈ ਨਹੀਂ ਰਹਿ, ਸੰਗਤ ਬਿਖੈ ਨ ਢੋਈ ਲਹੈ। ਸਤਿਗੁਰਾਂ ਨੇ ਤੇਜੀ ਦੇ ਵਿੱਚ ਆਣ ਕੇ ਬਚਨ ਕੀਤਾ ਕਿ ਮਸੰਦ ਸਾਰੇ ਦੇ ਸਾਰੇ ਬਿਨਸ ਜਾਣਗੇ, ਸੰਗਤ ਵਿਖੇ ਨਾ ਢੋਈ ਲਹੈ। ਐਸਾ ਸਮਾਂ ਮਸੰਦਾਂ ਦੇ ਉੱਤੇ ਆਵੇਗਾ ਕਿ ਸੰਗਤ ਦੇ ਵਿੱਚ ਮਸੰਦਾਂ ਨੂੰ ਢੋਈ ਵੀ ਨਹੀਂ ਮਿਲੇ। ਤਬ ਮੇਰੇ ਸਿੱਖ ਹੋਏ ਬਿਸਾਲਾ, ਕਾਰ ਸੰਭਾਲੇਂਗੇ ਇਸ ਤਾਲਾ। ਉਸ ਵੇਲੇ ਗੁਰੂ ਜੀ ਕਹਿੰਦੇ ਨੇ ਕਿ ਮੇਰੇ ਮਹਾਨ ਵੱਡੇ ਸਿੱਖ ਹੋਣਗੇ ਜਿਹੜੇ ਕਿ ਸਾਰੇ ਦੇ ਸਾਰੇ ਇਹ ਸਰੋਵਰ ਦੀ ਸੇਵਾ ਨੂੰ ਸੰਭਾਲਣਗੇ। ਈਟ ਸਚੂਨਾ ਅਦਕ ਲਗਾਵੇ, ਪਵਰੀ ਪਾਕੀ ਪਰਮ ਬਣਾਵੇ। ਉਸ ਵੇਲੇ ਗੁਰੂ ਜੀ ਕਹਿੰਦੇ ਨੇ ਕਿ ਇੱਟਾਂ ਤੇ ਚੂਨਾ ਬਹੁਤਾ ਸਾਰਾ ਲਗਾਇਆ ਜਾਵੇਗਾ, ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਪੌੜੀਆਂ ਨੇ ਨਾ ਉਹ ਪੱਕੀਆਂ ਉਸ ਵੇਲੇ ਬਣਾਈਆਂ ਜਾਣਗੀਆਂ। ਸਰ ਕੀ ਜਰਾ ਸਥਿਰ ਜੋ ਕਰੈ, ਆਪਣ ਸਥਿਰਤਾ ਕੋ ਸੋ ਭਰੈ। ਕਹਿੰਦੇ ਨੇ ਕਿ ਉਹ ਸਰੋਵਰ ਦੀ ਜੜ ਨੂੰ ਮਾਨੋ ਕਿ ਸਥਿਰਤਾ ਦੇ ਵਿੱਚ ਰੱਖਣਗੇ। ਜਿਸ ਤਰ੍ਹਾਂ ਦੀ ਸਰੋਵਰ ਦੀ ਸਥਿਰਤਾ ਉਹ ਰੱਖਣਗੇ, ਉਸੇ ਤਰ੍ਹਾਂ ਉਹਨਾਂ ਦੀਆਂ ਵੀ ਜਿਹੜੇ ਜੜ੍ਹਾਂ ਨੇ ਨਾ ਉਹ ਸਥਿਰਤਾ ਦੇ ਵਿੱਚ ਟਿਕਾ ਦੇ ਵਿੱਚ ਰਹਿਣਗੇ। ਦੰਭ ਮਸੰਦਨ ਕੀਨ ਜੋ ਤਾਲਾ, ਜੜ ਨ ਰਹੇ ਇਨ ਕੀ ਚਿਰ ਕਾਲਾ। ਹੁਣ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਭਵਿੱਖਤਵਾ ਕਹਿ ਰਹੇ ਨੇ, ਜੋ ਆਉਣ ਵਾਲਾ ਸਮਾਂ ਹੈ ਉਸ ਦੇ ਬਾਰੇ ਵਚਨ ਕਰ ਰਹੇ ਨੇ। ਗੁਰੂ ਜੀ ਕਹਿੰਦੇ ਨੇ ਕਿ ਮਸੰਦਾਂ ਨੇ ਵੱਡਾ ਪਖੰਡ ਰਚਿਆ ਹੈ ਇਹ ਸਰੋਵਰ ਦੀ ਸੇਵਾ ਦੇ ਵਿੱਚ, ਜੜ ਨਾ ਰਹੇ ਇਨ ਕੀ ਚਿਰਕਾਲਾ। ਇਸ ਕਰਕੇ ਮਸੰਦਾਂ ਦੀ ਜਿਹੜੀ ਜੜ ਹੈ ਨਾ ਉਹ ਗੁਰੂ ਘਰ ਦੇ ਵਿੱਚ ਚਿਰਾਂ ਕਾਲ ਤੱਕ ਨਹੀਂ ਟਿਕ ਸਕੇ। ਪੂਰਬ ਇਨ ਕੋ ਬ੍ਰਿੰਦ ਬਿਨਾਸੈ, ਪੁਣ ਸਰ ਟੈ ਕਰ ਬਨ ਪ੍ਰਕਾਸ਼ੈ। ਗੁਰੂ ਜੀ ਕਹਿੰਦੇ ਨੇ ਕਿ ਪਹਿਲਾਂ ਇਹਨਾਂ ਸਾਰਿਆਂ ਮਸੰਦਾਂ ਦਾ ਵਿਨਾਸ਼ ਹੋ ਜਾਏਗਾ, ਖਾਤਮਾ ਹੋ ਜਾਏਗਾ, ਫਿਰ ਸਰੋਵਰ ਢਵੇਗਾ ਤੇ ਫਿਰ ਉਸ ਤੋਂ ਬਾਅਦ ਇਹ ਪੱਕਾ ਬਣੇਗਾ। ਹੁਣ ਹਾਰ ਇਨ ਤੇ ਕਰਵਾਵੈ, ਫਲ ਕੋ ਪਾਵੈ ਤਬ ਪਛਤਾਵੈ। ਸਾਰਿਆਂ ਸਿੱਖਾਂ ਨੂੰ ਸੁਣਾ ਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਹੋਣਹਾਰ ਇਹ ਸਾਰੇ ਦਾ ਸਾਰਾ ਕੰਮ ਇਹਨਾਂ ਤੋਂ ਕਰਵਾ ਰਹੀ ਹੈ। ਗੁਰੂ ਜੀ ਕਹਿੰਦੇ ਨੇ ਕਿ ਜਦੋਂ ਇਸ ਦਾ ਮਾੜਾ ਫਲ ਇਹਨਾਂ ਨੂੰ ਪ੍ਰਾਪਤ ਹੋਇਆ ਤਾਂ ਉਸ ਵੇਲੇ ਸਾਰੇ ਦੇ ਸਾਰੇ ਮਸੰਦ ਪਛਤਾਉਣਗੇ। ਦੇਹ ਪਾਵਨੀ ਕੋ ਫਲ ਤਾਲ, ਅਬ ਕਿਆ ਕਹਿਨ ਬਣੇ ਨਾਲ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿੱਖਾਂ ਨੂੰ ਕਹਿੰਦੇ ਨੇ ਕਿ ਜਿਸ ਤਰ੍ਹਾਂ ਦੀ ਇਹਨਾਂ ਦੀ ਭਾਵਨਾ ਹੈ ਉਸ ਭਾਵਨਾ ਦਾ ਜਿਹੜਾ ਫਲ ਹੈ ਨਾ ਉਹ ਸਰੋਵਰ ਇਹਨਾਂ ਨੂੰ ਜ਼ਰੂਰ ਦੇਵੇਗਾ। ਅਬ ਕਿਆ ਕਹੇ ਬਣਾਈ ਨਾਲ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੁਣ ਇਹਨਾਂ ਨੂੰ ਅਸੀਂ ਕੀ ਆਖੀਏ, ਇਹਨਾਂ ਦੇ ਨਾਲ ਕੋਈ ਵੀ ਗੱਲ ਕਰਨੀ ਬਣਦੀ ਨਹੀਂ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਮਾਨੋ ਕਿ ਉਹਨਾਂ ਨੂੰ ਸਰਾਪ ਦਿੱਤਾ। ਤੀਜੀ ਵਾਰ ਜਦ ਫੇਰ ਸ਼ਿਕਾਇਤ ਹੋਈ, ਜੀ ਮਸੰਦ ਗਾਰਾ ਲਗਵਾ ਰਹੇ ਨੇ, ਮੂੰਹੋਂ ਸਹਿਜ ਸੁਭਾਹੀ ਬਚਨ ਨਿਕਲੇ, ਭੁੱਖੇ ਮਾਇਆ ਦੇ ਪਾਪ ਕਮਾ ਰਹੇ ਨੇ। ਅੰਮ੍ਰਿਤ ਸਰ ਦੀ ਨੀਹ ਅਚਲ ਰਹਿਸੀ, ਅੰਮ੍ਰਿਤ ਸਰ ਦੀ ਨੀਹ ਅਚਲ ਰਹਿਸੀ, ਜੜ ਆਪਣੀ ਪੋਲੀ ਕਰਵਾ ਰਹੇ ਨੇ, ਹੋ ਕੇ ਮਰਨਗੇ ਦੁਖੀ ਕਰਤਾਰ ਸਿੰਘਾਂ, ਵੇਲੇ ਪੂਜਾ ਦੇ ਧਨ ਨੂੰ ਖਾ ਰਹੇ ਨੇ। ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ
कि सतगुਰਾਂ ने बचन किया कि मरनगे दुखी होके ਜਿਹੜੇ कि पूजा का धन खा रहे ने। ते तुसीं सारे इस कथा नूं जाणदे हो कि किहड़े दुखी तरीके दे नाल सतगुरु गोबिंद सिंह सच्चे पातशाह जी ने मसंदां नूं मारिया। सतगुरु प्रताप सिंह सच्चे पातशाह जी दे उपदेश दे विच भी रिकार्ड होया है। सतगुरु प्रताप सिंह सच्चे पातशाह जी कहंदे ने कि मसंदां दे सिरां दे विच सतगुਰਾਂ ने तेल पा पा के फिर अग ला दित्ती, इसे तरह जिउंदिਆਂ नूं साड़िया। मेरा सिर्फ कहण तो भाव है कि करतार सिंह जी क्लास वाली लिखते हैं कि सतगुरु अर्जन देव सच्चे पातशाह जी ने श्राप दे दिता कि दुखी हो के मरनगे जेड़े पूजा का धन खा के आफरे हुए ने। इस जगह के उत्ते ग्रंथाकार भाई संतोख सिंह जी अपने इस अध्याय की समाप्ति करके नवें अगले अध्याय का प्रारंभ करते हैं। मंद मसंदन बृंद को श्राप पायो इस पाए, तन तर श्री गुर दसम बार सगरे दए खपाए। ग्रंथाकार भाई संतोख सिंह जी लिखते हैं कि मंद बुद्धि वाले मसंदां नूं सारियां नूं इस तरीके का श्राप सतगुरु अर्जन देव सच्चे पातशाह जी ने दिता, तन तर श्री गुर दसम बार सगरे दए खपाए। ते कवि जी कहते हैं कि फिर वो समा आया कि सतगुरु गोबिंद सिंह सच्चे पातशाह जी ने 10वां रूप धारण करके सारे दे सारे खपा देते, मार देते। बली तुरकपति काबली इस थल दल चल आए। हुण ग्रंथाकार भाई संतोख सिंह जी थोड़ा जिहा इशारा उस पासे कर रहे ने जिहड़ा समा अजे आउण वाला है। बली तुरकपति काबली इस थल चल आए, कहंदे ने कि बली जिहड़ा तुरकां दा पति राजा सी, कहण तो भाव है अहमद शाह अब्दाली, कहंदे ने कि वो चढ़ चढ़ के बहुती वारी इस पासे आए। सार संपान अखेर कर पूर दियो सब थाए। उस अहमद शाह अब्दाली ने की कीता सी कि पौड़ियां नूं ढा के वो खेड़ के ते इस अमृतसर सरोवर नूं पूर दिता सी मिट्टी दे नाल। अहमद शाह अब्दाली ने इस तरह कीता सी। सिंह बृंद मही पत पाए, हते जमन समुदाय, नीव पुरातन ताल की देख पाले सो थाए। ग्रंथाकार भाई संतोख सिंह जी लिखते हैं कि इस तो बाद फिर बहुत सारे कहते हैं कि सिख महीपत होए, राजे बने। जदों सिखां दे हत्थां दे विच राज भाग आया ते उन्होंने बहुते सारे जमना नूं भाव के तुरकां नूं मुसलमानां नूं मार के खपा दिता। नीम पुरातन ताल की देख भले सो थाए। फिर उन्होंने सरोवर की मिट्टी नूं कढ़िया ते नीवां नूं चंगे तरीके दे नाल खोज के लभ्या। करी सुपान चिनाए पुन चूनो सर्व लगाए। फिर उन्हां सिखां ने कहंदे ने कि सुपाना भाव के जिहड़ियां पौड़ियां सन वो चिणियां सन ते सारियां इट्टां चूने दे नाल उस वेले जड़ियां गईयां सन। तिम श्री हर मंदर करियो कंचन रतन खचाए, करी सुपान चिनाए पुन चूनो सर्ब लगाए। ग्रंथाकार भाई संतोख सिंह जी लिखते हैं कि हरि मंदिर भी कंचन दे नाल उसे वेले खचित होया सी ते सरोवर दी मानो कि सेवा भी उन्होंने दुबार तो कीती सी। इसे तरीके दा काम बाद दे विच होया सी, पर कवि जी ने इशारे मात्र ये गल कीती। सुनो कथा सर बनन की श्री अर्जन उपकार, कार करावत तीर थित श्री मुख बाग उचार। हुण ग्रंथाकार भाई संतोख सिंह जी लिखते हैं कि ये हुण जिहड़ी सरोवर बनन की कथा है ना, वो सुनो कि सतगुरु अर्जन देव सच्चे पातशाह जी ने दुनिया के उत्ते किस तरह का उपकार किया। कार करावै थित तीर, मानो कि सरोवर के किनारे ते बैठ के सतगुरु सच्चे पातशाह जी सरोवर की सेवा करवा रहे ने। श्री मुख बाक उचार, अपने श्री मुख तो बचन उचार उचार के। आन गण नर की पीर हवै, चारों दिश में लाग, चिन खन गुरु गुरु पन, भजन भगत बड़ भाग। अणगिणत ही जिहड़े लोग ने वो मानो के सेवा दे विच लगे रहिंदे ने। सरोवर दे चार सफेरे बड़ी वड्डी भीड़ लगी रहिंदी है। कहंदे ने चिन खन गुरु गुरु पन, कोई खोददा है
कोई चिनाई का काम करता है, सारे दे सारे गुरु का बचन सारे दे सारे करते ने। भनै भजन भगत बड़ भाग, और जिन्हां दे वड्डे भाग ने वो कहंदे ने भगती दे नाल भजन भी करते हैं। श्री लक्ष्मा पते कंकार, जग सिरजन पालन संहार। ग्रंथाकार भाई संतोख सिंह जी लिखते ने, श्री लक्ष्मी पति, लक्ष्मी का पति है एक अंकार। कहने तो भाव है कि विष्णु जग सिरजन पालन संहार, जेड़े विष्णु भगवान मानो के जगत की सिरजना करने वाले भी हैं और जगत की पालना करने वाले भी हैं और जगत का संहार करने वास्ते भी। भाव के जगत नूं पैदा करना भी उन्हां दे हत्थ दे विच है और जगत की पालना करनी ये भी उन्हां दे हत्थ दे विच है, ते जे उन्हां दा जी करे ते लय करना भी उन्हां दे हत्थ दे विच। तीन लोक स्वामी बड़ चीन, दीन दयाल निज भगत अधीन। ऐसे भगवान विष्णु ने जिहड़े के तिन्ना ही लोकां दे स्वामी ने, सारियां तो सिरमौर ने, सारियां तो वड्डे ने, दीनां दे उत्ते दया करन वाले ने और कहंदे ने कि भगतां दे अधीन ने। क्योंकि मैं साध संगत की जानकारी दे वास्ते ये दस दियां कि अपने मत दे नाल, अपने संप्रदाय दे नाल, सिख समाज दे वास्ते जिस तरह असीं मनदे हां सतगुरां दे हुक्म दे अनुसार वो इस तरह आउंदा है कि जो भी दुनिया दे उत्ते शरीर रूपी अवतार धारण करके सतगुरु आउंदा है वो विष्णु का अवतार हुंदा है। ये मानता है कि जो भी सतगुरु बनता है वो विष्णु का अवतार हुंदा है। इस करके हुण ग्रंथाकार भाई संतोख सिंह जी लिखते ने, सतगुरु अर्जन देव सच्चे पातशाह जी भगवान विष्णु के अवतार ने। ग्रंथाकार भाई संतोख सिंह जी लिखते हैं कि भगवान विष्णु जेड़े के आप परमेश्वर ने, जेड़े के तिन्ना ही लोकां दे स्वामी ने, वो मानो के दीनां दे उत्ते दया करन वाले ने और भगतां दे अधीन ने। सच खंड में सब वेद जानी, अपन समीपन साथ बखानी। हुण भगवान विष्णु ने अपनी एक जोत मातलोक दे विच भेजी हुई है, जिहड़ी कि सतगुरु अर्जन देव सच्चे पातशाह जी दे विच प्रकाशमान है। दूसरा मानो कि सचखंड दे विच भगवान विष्णु जी विराजमान ने। भगवान विष्णु जी ने मातलोक दे इस नज़ारे नूं देखिया कि किस तरीके दे नाल मेरे जोत दा जिहड़ा ज्वाला है वो एक सरोवर नूं तैयार कर रहा है। उस वेले फिर अपने समीपियां दे नाल भगवान विष्णु जी ने कुछ वचन करने शुरू किए। किस तरह के वचन भगवान विष्णु जी ने कहे ने, इस नूं ग्रंथाकार जी जिस तरीके दे नाल अगे बयान करनगे वो मैं कल की कथा दे विच अर्ज करांगा, क्योंकि समय की समाप्ति है। अगे जो सतगुरु सच्चे पातशाह जी की रजा होवेगी उस तरह वरतेगी। अज इन्नियां ही अर्जा करदा होया मैं इत्थे ही कथा नूं विश्राम दे के सारी साध संगत तो खिमा दा दे। हे अच्युत हे पार ब्रह्म अविनाशी अगनास, हे पूरन हे सर्ब में दुख पंजन गुणतास। हे संगी हे निरंकार, हे निर्गुण सब टेक। हे गोविंद हे गुण निदान, जाका सदा विवेक। हे अपरंपर हर हरे, है पी होवनहार। हे संतः कै सदा संग ने धारा आधार। हे ठाकुर हो दास रो, मैं निर्गुण गुण नहीं कोई। नानक दीजै नाम दान, राखो ही परोय। याही कुल ते प्रगट होय, ताही कुल को नाम। पुन द्वादश गोरिंद को मेरी है प्रणाम।